Students, how are you? Today we are going to next third poem, television. Poet is Roald Dahl. Let's read. The poet calls the television an idiotic thing which serves no useful purpose. पोइट की कहता है कि जो टेलीविज़न है वो एक मूर्खतापूर्ण वस्तु है जिसका कोई लाभ नहीं. इट मेक्स वन डल एंड स्टूपिड. जो टेलीविज़न है वो आदमी ਨੂੰ ਨਿਕੰਮਾ ਔਰ ਮੂਰਖ ਬਣਾ ਦਿੰਦਾ ਹੈ. ਸੋ ਇਟਸ ਜਸਟਿਸ ਦੈਟ ਚਿਲਡਰਨ ਸ਼ੁੱਡ ਇਨ ਨੋ ਕੇਸ ਬੀ ਅਲਾਉਡ ਟੂ ਗੋ ਨੀਅਰ ਅ ਟੈਲੀਵਿਜ਼ਨ ਸੈੱਟ. ਇਸ ਲਈ ਉਹ ਸੁਝਾਅ ਦਿੰਦਾ ਹੈ ਕਿ ਬੱਚਿਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਟੈਲੀਵਿਜ਼ਨ ਸੈੱਟ ਦੇ ਨਜ਼ਦੀਕ ਨਹੀਂ ਆਉਣ ਦੇਣਾ ਚਾਹੀਦਾ. ਇਨ almost every house children are found sitting lazily in front of a television set. ਔਰ ਲਗਭਗ ਹਰ ਘਰ ਦੇ ਵਿੱਚ ਜੋ ਬੱਚੇ ਨੇ ਉਹਨਾਂ ਨੂੰ ਵੇਖਿਆ ਜਾਂਦਾ ਹੈ ਸੁਸਤੀ ਦੇ ਨਾਲ ਬੈਠੇ ਹੋਏ ਕਿਸ ਦੇ ਸਾਹਮਣੇ, ਟੈਲੀਵਿਜ਼ਨ ਸੈੱਟ ਦੇ ਸਾਹਮਣੇ. ਔਰ ਦੇ ਕੀਪ ਸਟੇਅਰਿੰਗ, ਉਹ ਵੇਖਦੇ ਹੀ ਰਹਿੰਦੇ ਹਨ ਐਟ ਦੀ ਟੈਲੀਵਿਜ਼ਨ ਸਕਰੀਨ ਫॉर ਆਵਰਸ. ਕਈ ਘੰਟਿਆਂ ਤੱਕ ਉਹ ਟੈਲੀਵਿਜ਼ਨ ਸਕਰੀਨ ਵੱਲ ਵੇਖਦੇ ਹੀ ਰਹਿੰਦੇ ਹਨ. ਦੇ ਰਿਮੇਨ ਹਿਪਨੋਟਾਈਜ਼ਡ, ਔਰ ਉਹ ਸਮੋਹਿਤ ਹੋਏ ਰਹਿੰਦੇ ਹਨ. ਕਿਸ ਦੇ ਦੁਆਰਾ? ਉਸ ਘਾਸਟਲੀ ਜੰਕ ਦੇ ਦੁਆਰਾ, ਉਸ ਭਿਆਨਕ ਕਬਾੜ ਦੇ ਦੁਆਰਾ. ਭਿਆਨਕ ਕਬਾੜ ਕਿਸ ਨੂੰ ਕਿਹਾ ਗਿਆ ਹੈ? ਦੈਟ ਅਪੀਅਰਸ ਔਨ ਦੀ ਸਕਰੀਨ, ਜੋ ਸਕਰੀਨ ਦੇ ਉੱਪਰ ਦਿਖਾਇਆ ਜਾਂਦਾ ਹੈ. ਸਮ ਪੇਰੈਂਟਸ ਟੂ ਫੀਲ ਦੈਟ ਦੀ ਟੈਲੀਵਿਜ਼ਨ ਇਜ਼ ਆਫ ਨਾਟ ਮਚ ਯੂਜ਼ ਫॉर ਕਿਡਸ. ਕੁਝ ਮਾਤਾ ਪਿਤਾ ਮਹਿਸੂਸ ਵੀ ਕਰਦੇ ਨੇ ਕਿ ਜੋ ਟੈਲੀਵਿਜ਼ਨ ਹੈ ਉਹ ਉਹਨਾਂ ਦੇ ਬੱਚਿਆਂ ਵਾਸਤੇ ਕੋਈ ਜ਼ਿਆਦਾ ਕੰਮ ਦੀ ਚੀਜ਼ ਨਹੀਂ ਹੈ. ਲੇਕਿਨ ਸਟਿਲ ਦੇ ਫਾਈਂਡ ਐਟ ਲੀਸਟ ਵਨ ਐਡਵਾਂਟੇਜ ਆਫ ਇਟ. ਲੇਕਿਨ ਫਿਰ ਵੀ ਉਹਨਾਂ ਨੂੰ ਦਿਸਦਾ ਹੈ, ਇਸ ਦਾ ਇੱਕ ਫਾਇਦਾ ਦਿਸਦਾ ਹੈ, ਇੱਕ ਫਾਇਦਾ ਨਜ਼ਰ ਆਉਂਦਾ ਹੈ. ਉਹ ਕੀ ਕਹਿੰਦੇ ਨੇ? ਦੇ ਸੇ ਦੈਟ ਇਟ ਕੀਪਸ ਦੀ ਕਿਡਸ ਕਾਮ ਐਂਡ ਕੁਆਇਟ. ਉਹ ਕਹਿੰਦੇ ਨੇ ਕਿ ਜੋ ਟੈਲੀਵਿਜ਼ਨ ਹੈ ਉਹ ਬੱਚਿਆਂ ਨੂੰ ਸ਼ਾਂਤ ਰੱਖਦਾ ਹੈ. ਦੇ ਡੋਂਟ ਮੇਕ ਐਨੀ ਮੈਸ ਇਨ ਦੀ ਹਾਊਸ. ਉਹ ਘਰ ਵਿੱਚ ਕੋਈ ਗੜਬੜੀ ਨਹੀਂ ਕਰਦੇ. ਦੇ ਡੋਂਟ ਕੀਪ ਜੰਪਿੰਗ ਇਨ ਐਂਡ ਆਊਟ ਆਫ ਦੀ ਵਿੰਡੋਜ਼. ਔਰ ਉਹ ਖਿੜਕੀਆਂ ਦੇ ਅੰਦਰ ਬਾਹਰ ਨਹੀਂ ਉਛਲਦੇ. ਦੇ ਡੋਂਟ ਇੰਡਲਸ ਇਨ ਫਾਈਟਸ. ਉਹ ਲੜਾਈ ਝਗੜਿਆਂ ਵਿੱਚ ਨਹੀਂ ਉਲਝਦੇ. ਦੇਅਰ ਮਦਰਸ ਕੈਨ ਦਸ ਟੂ ਦੇਅਰ ਕੁਕਿੰਗ ਐਂਡ ਵਾਸ਼ਿੰਗ ਇਨ ਪੀਸ. ਔਰ ਜੋ ਉਹਨਾਂ ਦੀਆਂ ਮਦਰਸ ਨੇ ਉਹ ਸ਼ਾਂਤੀ ਦੇ ਨਾਲ ਆਪਣਾ ਜੋ ਕੁਕਿੰਗ ਵਾਲਾ ਕੰਮ ਹੈ, ਜੋ ਵਾਸ਼ਿੰਗ ਵਾਲਾ ਕੰਮ ਹੈ, ਉਹ ਕਰ ਸਕਦੀਆਂ ਹਨ. The poet asked such parents if they have ever realized what effect this addiction to television has on their little kids. Poet ਪੁੱਛਦਾ ਹੈ ਅਜਿਹੇ ਮਾਤਾ ਪਿਤਾ ਕੋਲੋਂ ਕਿ ਕਦੇ ਉਹਨਾਂ ਨੇ ਮਹਿਸੂਸ ਕੀਤਾ ਹੈ ਕਿ ਟੈਲੀਵਿਜ਼ਨ ਦੀ ਇਸ ਆਦਤ ਦਾ ਉਹਨਾਂ ਦੇ ਛੋਟੇ ਬੱਚਿਆਂ 'ਤੇ ਕੀ ਅਸਰ ਪੈਂਦਾ ਹੈ, ਕੀ ਇਫੈਕਟ ਹੁੰਦਾ ਹੈ. He says that it makes the child a dullard. ਔਰ ਕਵੀ ਕੀ ਕਹਿੰਦਾ ਹੈ ਕਿ ਜੋ ਟੈਲੀਵਿਜ਼ਨ ਹੈ ਉਹ ਬੱਚੇ ਨੂੰ ਨਿਕੰਮਾ ਬਣਾਉਂਦਾ ਹੈ. ਇਟ ਰੋਟਸ, ਔਰ ਇਹ ਨਸ਼ਟ ਕਰ ਦਿੰਦਾ ਹੈ ਆਲ ਸੈਂਸ ਇਨ ਹਿਜ਼ ਹੈਡ. ਜੋ ਸੋਚਣ ਸਮਝਣ ਦੀ ਜੋ ਸੈਂਸ ਹੈ ਉਸ ਨੂੰ ਖਤਮ ਕਰ ਦਿੰਦਾ ਹੈ. ਇਟ ਕਿਲਸ ਆਲ ਹਿਜ਼ ਇਮੇਜਿਨੇਸ਼ਨ. ਔਰ ਇਹ ਜੋ ਟੈਲੀਵਿਜ਼ਨ ਹੈ ਉਹ ਉਸ ਦੀ ਕਲਪਨਾ ਸ਼ਕਤੀ ਨੂੰ ਵੀ ਖਤਮ ਕਰ ਦਿੰਦਾ ਹੈ. ਦ ਚਾਈਲਡ ਲੂਜ਼ਸ ਦੀ ਐਬਿਲਿਟੀ ਟੂ ਥਿੰਕ. ਔਰ ਜੋ ਬੱਚਾ ਹੈ ਉਹ ਸੋਚਣ ਸਮਝਣ ਦੀ ਯੋਗਤਾ ਨੂੰ ਖੋ ਦਿੰਦਾ ਹੈ. ਹੀ ਬਿਕਮਸ ਦਾ ਪ੍ਰੋਵਰਬੀਅਲ ਐਸ. ਔਰ ਜੋ ਬੱਚਾ ਹੈ ਉਹ ਇੱਕ ਅਖੌਤੀ ਗਧਾ ਬਣ ਜਾਂਦਾ ਹੈ. ਸਮ ਪੇਰੈਂਟਸ ਡੂ ਐਗਰੀ. ਕੁਝ ਮਾਤਾ ਪਿਤਾ ਸਹਿਮਤ ਵੀ ਨੇ ਦੈਟ ਟੈਲੀਵਿਜ਼ਨ ਇਜ਼ ਡੂਇੰਗ ਨੋ ਗੁੱਡ ਟੂ ਚਿਲਡਰਨ. ਕਿ ਜੋ ਟੈਲੀਵਿਜ਼ਨ ਹੈ ਉਹ ਬੱਚਿਆਂ ਦੇ ਲਈ ਚੰਗਾ ਨਹੀਂ ਕਰ ਰਿਹਾ. ਦੇ ਡੂ ਵਾਂਟ ਟੂ ਟੇਕ ਦ ਟੈਲੀਵਿਜ਼ਨ ਅਵੇ ਫਰੋਮ ਹੋਮ. ਔਰ ਉਹ ਚਾਹੁੰਦੇ ਨੇ ਟੈਲੀਵਿਜ਼ਨ ਨੂੰ ਆਪਣੇ ਘਰ ਤੋਂ ਦੂਰ ਕਰਨਾ. ਬਟ ਦੇ ਫਾਈਂਡ ਨੋ ਅਦਰ ਵੇ ਟੂ ਇੰਟਰਟੇਨ ਦੇਅਰ ਕਿਡਸ. ਲੇਕਿਨ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਇੰਟਰਟੇਨ ਕਰਨ ਦਾ ਕੋਈ ਦੂਸਰਾ ਸਾਧਨ ਨਜ਼ਰ ਨਹੀਂ ਆਉਂਦਾ. ਐਟ ਦਿਸ, ਇਸ 'ਤੇ ਦ ਪੋਇਟ ਵਾਂਟਸ ਪੇਰੈਂਟਸ ਟੂ ਥਿੰਕ. ਪੋਇਟ ਕੀ ਕਹਿਣਾ ਚਾਹੁੰਦਾ ਹੈ ਕਿ ਮਾਤਾ ਪਿਤਾ ਨੂੰ ਸੋਚਣਾ ਚਾਹੀਦਾ ਹੈ ਆਫ ਦੀ ਚਿਲਡਰਨ ਆਫ ਫਾਰਮਰ ਟਾਈਮਸ. ਉਸ ਫਾਰਮਰ ਟਾਈਮ ਦੇ ਬੱਚਿਆਂ ਬਾਰੇ, ਉਸ ਪੁਰਾਣੇ ਜ਼ਮਾਨੇ ਦੇ ਬੱਚਿਆਂ ਦੇ ਬਾਰੇ. ਬਿਫੋਰ ਦੀ ਟੈਲੀਵਿਜ਼ਨ ਵਾਜ਼ ਇਨਵੈਂਟਡ. ਜਦੋਂ ਟੈਲੀਵਿਜ਼ਨ ਇਨਵੈਂਟ ਨਹੀਂ ਹੋਇਆ ਸੀ, ਜਦੋਂ ਟੈਲੀਵਿਜ਼ਨ ਦੀ ਖੋਜ ਨਹੀਂ ਹੋਈ ਸੀ. ਹੀ wants them to think what the children of those days did for their entertainment. ਔਰ ਉਹ ਚਾਹੁੰਦਾ ਹੈ, ਉਹ ਕੀ ਕਹਿਣਾ ਚਾਹੁੰਦਾ ਹੈ ਕਿ ਮਾਤਾ ਪਿਤਾ ਨੂੰ ਸੋਚਣਾ ਚਾਹੀਦਾ ਹੈ ਕਿ ਉਹਨਾਂ ਦਿਨਾਂ ਵਿੱਚ ਬੱਚੇ ਮਨੋਰੰਜਨ ਲਈ ਕੀ ਕਰਿਆ ਕਰਦੇ ਸਨ. ਦੇ ਵੁੱਡ ਰੀਡ ਐਂਡ ਰੀਡ ਐਂਡ ਰੀਡ. ਉਹ ਪੜ੍ਹਦੇ ਸਨ. ਜਸਟ ਐਜ਼ ਦੀ ਪ੍ਰੈਜ਼ੈਂਟ ਡੇ ਚਿਲਡਰਨ ਡੂ ਨਥਿੰਗ ਬਟ ਵਾਚ ਟੈਲੀਵਿਜ਼ਨ ਆਲ ਦਾ ਟਾਈਮ. ਲੇਕਿਨ ਜੋ ਅੱਜ ਦੇ ਬੱਚੇ ਨੇ ਉਹ ਕੁਝ ਨਹੀਂ ਕਰਦੇ ਸਿਵਾਏ ਟੈਲੀਵਿਜ਼ਨ ਦੇਖਣ ਦੇ. ਦ ਚਿਲਡਰਨ ਇਨ ਅਰਲੀਅਰ ਡੇਜ਼ ਡਿਡ ਨਥਿੰਗ
जो उस समय ਦੇ ਬੱਚੇ ਸਨ ਉਹ ਕੁਝ ਨਹੀਂ ਕਰਦੇ ਸਨ ਬਟ ਰੀਡ ਪੜ੍ਹਨ ਤੋਂ ਬਿਨਾਂ। ਰੀਡਿੰਗ ਵਾਸ ਫॉर them ਦੀ ਬਿਗੇਸਟ ਐਂਟਰਟੇਨਮੈਂਟ। ਰੀਡਿੰਗ ਉਹਨਾਂ ਦੇ ਲਈ ਸਭ ਤੋਂ ਵੱਡਾ ਇੰਟਰਟੇਨਮੈਂਟ ਦਾ, ਮਨੋਰੰਜਨ ਦਾ ਸੋਮਾ ਸੀ, ਸਰੋਤ ਸੀ। ਦੇ ਸਪੈਂਟ ਆਲਮੋਸਟ ਹਾਫ ਆਫ ਦੇ ਟਾਈਮ ਇਨ ਰੀਡਿੰਗ ਬੁੱਕਸ ਓਨਲੀ। ਔਰ ਉਹ ਆਪਣਾ ਬਹੁਤ ਜ਼ਿਆਦਾ ਸਮਾਂ ਕਿਤਾਬਾਂ ਨੂੰ ਪੜ੍ਹਨ ਵਿੱਚ ਹੀ ਗੁਜ਼ਾਰਦੇ ਸਨ। ਦੇ ਹੈਡ ਬੁੱਕਸ ਐਂਡ ਬੁੱਕਸ ਔਨ ਦੇਅਰ ਨਰਸਰੀ ਸ਼ੈਲਵਸ। ਔਰ ਉਹਨਾਂ ਦੀ ਨਰਸਰੀ ਅਲਮਾਰੀਆਂ ਦੇ ਵਿੱਚ, ਉਹਨਾਂ ਦੀ ਨਰਸਰੀ ਸ਼ੈਲਫਾਂ ਦੇ ਵਿੱਚ ਕਿਤਾਬਾਂ ਹੀ ਕਿਤਾਬਾਂ ਹੁੰਦੀਆਂ ਸਨ। ਦੇ ਹੈਡ ਬੁੱਕਸ ਇਨ ਦੇਅਰ ਬੈਡਰੂਮ ਆਲਸੋ। ਬੈਡਰੂਮ ਵਿੱਚ ਵੀ ਕਿਤਾਬਾਂ ਹੁੰਦੀਆਂ ਸਨ। ਦੇ ਹੈਡ ਬੁੱਕਸ ਬਾਈ ਦੇਅਰ ਬੈਡ 'ਤੇ ਵੀ ਕਿਤਾਬਾਂ ਹੁੰਦੀਆਂ ਸਨ। ਦੇ ਰੀਡ ਬੁੱਕਸ ਬਿਫੋਰ ਦੇ ਵੈਂਟ ਟੂ ਸਲੀਪ। ਉਹ ਪੜ੍ਹਦੇ ਸਨ, ਉਹ ਸੌਣ ਤੋਂ ਪਹਿਲਾਂ ਪੜ੍ਹਦੇ ਸਨ। ਦੋਜ਼ ਬੁੱਕਸ ਸਪੈਸ਼ਲੀ ਰਿਟਨ ਫॉर ਚਿਲਡਰਨ। ਉਹ ਕਿਤਾਬਾਂ ਜੋ ਖਾਸ ਤੌਰ 'ਤੇ ਲਿਖੀਆਂ ਜਾਂਦੀਆਂ ਸਨ ਬੱਚਿਆਂ ਦੇ ਲਈ। ਹੈਡ ਇਨ ਦੈਮ ਵੰਡਰਫੁਲ ਸਟੋਰੀਜ਼। ਔਰ ਉਹਨਾਂ ਵਿੱਚ ਬਹੁਤ ਸਾਰੀਆਂ ਵੰਡਰਫੁਲ ਸਟੋਰੀਆਂ ਹੁੰਦੀਆਂ ਸਨ, ਕਹਾਣੀਆਂ ਹੁੰਦੀਆਂ ਸਨ। ਕਿਸ ਦੀਆਂ? ਡਰੈਗਨ ਦੇ ਬਾਰੇ, ਜਿਪਸੀ ਲੋਕਾਂ ਦੇ ਬਾਰੇ, ਕੁਈਨਸ ਬਾਰੇ, ਵੇਲਸ ਬਾਰੇ, ਟ੍ਰੈਜ਼ਰ ਆਇਲਸ ਬਾਰੇ, ਸਮਗਲਰਸ ਬਾਰੇ ਔਰ ਸੀ ਰੋਬਰਸ ਦੇ ਬਾਰੇ। The poet calls upon the parents of today to throw away the TV set that they have in their homes। और poet ਕਹਿੰਦਾ ਹੈ ਮਾਤਾ ਪਿਤਾ ਨੂੰ, ਅੱਜ ਦੇ ਮਾਤਾ ਪਿਤਾ ਨੂੰ, ਕਿ ਉਹ ਜੋ ਉਹਨਾਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਜੋ TV ਸੈੱਟ ਹੈ ਉਸ ਨੂੰ ਸੁੱਟ ਦੇਣ। He wants them to install। ਔਰ ਉਹ ਚਾਹੁੰਦਾ ਹੈ ਕਿ ਉਹ ਇੰਸਟਾਲ ਕਰਨ ਇੱਕ ਲਵਲੀ ਬੁੱਕ ਸ਼ੈਲਫ, ਇੱਕ ਵਧੀਆ ਮਤਲਬ ਕਿਤਾਬਾਂ ਦੀ ਅਲਮਾਰੀ ਇੰਸਟਾਲ ਕਰਨ ਟੈਲੀਵਿਜ਼ਨ ਦੀ ਥਾਂ 'ਤੇ। He adds that they should fill the shelves with lots of books। ਔਰ ਉਹ ਇਹ ਵੀ ਕਹਿੰਦਾ ਹੈ ਕਿ ਉਹਨਾਂ ਨੂੰ ਜੋ ਸ਼ੈਲਵਸ ਨੇ, ਜੋ ਅਲਮਾਰੀਆਂ ਨੇ, ਉਹਨਾਂ ਨੂੰ ਭਰ ਦੇਣਾ ਚਾਹੀਦਾ ਹੈ। ਕਿਸ ਦੇ ਨਾਲ? ਬਹੁਤ ਸਾਰੀਆਂ ਕਿਤਾਬਾਂ ਦੇ ਨਾਲ। ਔਰ ਇਹ ਪੋਸੀਬਲ, ਇਟ ਇਜ਼ ਪੋਸੀਬਲ ਕਿ ਇਨ ਦੀ ਬਿਗਨਿੰਗ, ਕਿ ਸ਼ੁਰੂਆਤ ਦੇ ਵਿੱਚ ਦ ਚਿਲਡਰਨ ਵਿਲ ਕਰਾਈ ਐਂਡ ਯੈਲ ਇਨ ਪ੍ਰੋਟੈਸਟ, ਕਿ ਜੋ ਸ਼ੁਰੂ ਦੇ ਵਿੱਚ ਬੱਚੇ ਵਿਰੋਧ ਦੇ ਵਿੱਚ ਚੀਕਣਗੇ ਵੀ। ਬਟ ਪੇਰੈਂਟਸ ਸ਼ੁੱਡ ਇਗਨੋਰ ਆਲ ਦੈਟ। ਲੇਕਿਨ ਮਾਤਾ ਪਿਤਾ ਨੂੰ ਹੀ ਇਗਨੋਰ ਕਰਨਾ ਚਾਹੀਦਾ ਹੈ, ਇਹ ਸਭ ਕੁਝ ਇਗਨੋਰ ਕਰ ਦੇਣਾ ਚਾਹੀਦਾ ਹੈ, ਉਸ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਦ ਪੋਇਟ ਫੀਲਸ ਸਰਟੇਨ ਦੈਟ ਇਨ ਅਬਾਊਟ ਅ ਵੀਕ ਔਰ ਟੂ। ਔਰ ਪੋਇਟ ਮਹਿਸੂਸ ਕਰਦਾ ਹੈ ਕਿ 1 ਜਾਂ 2 ਹਫ਼ਤੇ ਦੇ ਬਾਅਦ ਜੋ ਬੱਚੇ ਨੇ ਉਹ ਵੁੱਡ ਗੈਟ ਯੂਜ਼ਡ, ਉਹ ਆਦੀ ਹੋ ਜਾਣਗੇ। ਕਿਸ ਦੇ ਆਦੀ ਹੋ ਜਾਣਗੇ? ਰੀਡਿੰਗ ਆਫ ਬੁੱਕਸ, ਕਿਤਾਬਾਂ ਨੂੰ ਪੜ੍ਹਨ ਦੇ। ਬਾਏ ਐਂਡ ਬਾਏ ਦੇ ਵੁੱਡ ਬਿਗਿਨ ਟੂ ਫਾਈਂਡ ਗ੍ਰੇਟ ਇੰਟਰਟੇਨਮੈਂਟ ਇਨ ਦ ਰੀਡਿੰਗ ਆਫ ਬੁੱਕਸ। ਔਰ ਇਸ ਤਰ੍ਹਾਂ ਉਹ ਸ਼ੁਰੂ ਕਰ ਦੇਣਗੇ ਕਿਤਾਬਾਂ ਨੂੰ ਪੜ੍ਹਨ ਦੇ ਵਿੱਚ ਹੀ। ਇਨ ਦ ਰੀਡਿੰਗ ਆਫ ਬੁੱਕਸ, ਕਿਤਾਬਾਂ ਨੂੰ ਪੜ੍ਹਨ ਦੇ ਵਿੱਚ ਹੀ ਉਹਨਾਂ ਨੂੰ ਇੰਟਰਟੇਨਮੈਂਟ ਨਜ਼ਰ ਆਵੇਗਾ। ਇਸ ਤਰ੍ਹਾਂ ਉਹ ਸ਼ੁਰੂ ਕਰ ਦੇਣਗੇ ਕਿਤਾਬਾਂ ਨੂੰ ਪੜ੍ਹਨਾ, ਜਦੋਂ ਉਸ ਵਿੱਚ ਉਹਨਾਂ ਨੂੰ ਮਨੋਰੰਜਨ ਨਜ਼ਰ ਆਵੇਗਾ। ਦ ਪੋਇਟ ਫੀਲਸ ਕੌਨਫੀਡੈਂਟ that once the children start reading books they will slowly begin to enjoy them। ਔਰ ਪੋਇਟ ਮਹਿਸੂਸ ਕਰਦਾ ਹੈ ਕਿ ਇੱਕ ਵਾਰ ਜੇ ਬੱਚਿਆਂ ਨੇ ਪੁਸਤਕਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਤਾਂ ਹੌਲੀ ਹੌਲੀ ਉਹ ਇਸ ਵਿੱਚ ਇੰਜੋਏ, ਉਸ ਵਿੱਚ ਆਨੰਦ ਲੈਣਾ ਸ਼ੁਰੂ ਕਰ ਦੇਣਗੇ। ਦੇ ਵਿਲ ਬਿਗਿਨ ਟੂ ਫਾਈਂਡ, ਔਰ ਉਹ ਸ਼ੁਰੂ ਕਰ ਦੇਣਗੇ ਟੂ ਫਾਈਂਡ ਇਨ ਦੇਅਰ ਹਾਰਟਸ ਐਨ ਈਵਰ ਇਨਕਰੀਜ਼ਿੰਗ ਜੋਏ। ਔਰ ਉਹ ਸ਼ੁਰੂ ਕਰ ਦੇਣਗੇ ਆਪਣੇ ਦਿਲਾਂ ਦੇ ਵਿੱਚ ਉਸ ਵੱਧ ਰਹੀ ਖੁਸ਼ੀ ਨੂੰ ਮਹਿਸੂਸ ਕਰਨਾ, ਉਸ ਨੂੰ ਉਹ ਵੇਖਣਾ ਸ਼ੁਰੂ ਕਰ ਦੇਣਗੇ ਕਿ ਉਹਨਾਂ ਦੇ ਦਿਲ ਦੇ ਅੰਦਰ ਕਿੰਨੀ ਜੋ ਖੁਸ਼ੀ ਹੈ ਉਹ ਵੱਧ ਰਹੀ ਹੈ, ਕਿੰਨੀ ਇਨਕਰੀਜ਼ ਹੋ ਰਹੀ ਹੈ। ਦੇ ਵਿਲ ਦੈਨ ਵੰਡਰ, ਫਿਰ ਉਹ ਹੈਰਾਨ ਹੋਣਗੇ ਵਾਟ ਦੇ ਹੈਡ ਈਵਰ ਸੀਨ ਇਨ ਦੈਟ ਰਿਡੀਕੁਲ ਸਕਰੀਨ, ਕਿ ਉਹਨਾਂ ਨੇ ਕੀ ਵੇਖਿਆ ਉਸ ਬੇਤੁਕੀ ਸਕਰੀਨ ਦੇ ਉੱਪਰ। ਫਿਰ ਉਹ ਇਹ ਸੋਚਣਗੇ, ਹੈਰਾਨ ਹੋਣਗੇ ਕਿ ਉਹਨਾਂ ਨੇ ਕੀ ਵੇਖਿਆ ਸੀ ਉਸ ਬੇਤੁਕੀ ਸਕਰੀਨ ਦੇ ਵੱਲ। They will begin to look upon the television as a nauseating and repulsive thing। ਔਰ ਉਹ ਸ਼ੁਰੂ ਕਰ ਦੇਣਗੇ ਵੇਖਣਾ ਟੈਲੀਵਿਜ਼ਨ ਨੂੰ ਇੱਕ nauseating and repulsive thing, ਇੱਕ ਐਰੋਚਿਕ ਵਸਤੂ ਔਰ ਇੱਕ ਘਿਨੌਣੀ ਵਸਤੂ। ਔਰ ਉਹ ਫਿਰ ਟੈਲੀਵਿਜ਼ਨ ਉਹਨਾਂ ਨੂੰ ਇੱਕ ਘਿਨੌਣੀ ਵਸਤੂ ਔਰ ਅਰੋਚਕ ਵਸਤੂ ਨਜ਼ਰ ਆਵੇਗਾ। They will start loving their parents even more for getting them books to read। ਜਿਵੇਂ ਉਹਨਾਂ ਨੂੰ ਜ਼ਿਆਦਾ ਕਿਤਾਬਾਂ ਪੜ੍ਹਨ ਨੂੰ ਮਿਲਣਗੀਆਂ, ਉਸੇ ਤਰ੍ਹਾਂ ਫਿਰ ਉਹ ਆਪਣੇ ਮਾਤਾ ਪਿਤਾ ਨੂੰ ਪਿਆਰ ਕਰਨਾ ਸ਼ੁਰੂ ਕਰ ਦੇਣਗੇ। ਥੈਂਕਸ।